ਮੇਕਿੰਗ ਆਫ ਦਾ ਕੰਸਟੀਟਿਊਸ਼ਨ ਆਫ ਇੰਡੀਆ। ਸਭ ਤੋਂ ਪਹਿਲਾਂ ਆਪਣੇ ਕੋਲ ਆਇਆ ਸੀ ਕੰਸਟੀਟਿਊਸ਼ਨ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਣੇ ਕੋਲ ਆਇਆ ਸੀ ਕੈਬਨਿਟ ਮਿਸ਼ਨ ਪਲਾਨ। ਕੈਬਨਿਟ ਮਿਸ਼ਨ ਪਲਾਨ ਕੀ ਸੀ, ਜਿਹਦੇ ਵਿੱਚ ਕਿ ਆਪਾਂ ਆਪਣੇ ਕੰਸਟੀਟਿਊਸ਼ਨ ਨੂੰ ਫਾਰਮ ਕੀਤਾ ਸੀ ਡਿਊਰਿੰਗ ਵਾਇਸਰੋਏ ਲਾਰਡ ਵੀਵਲ। ਜਦੋਂ ਕੈਬਨਿਟ ਮਿਸ਼ਨ ਪਲਾਨ 1496 ਦੇ ਵਿੱਚ ਆਇਆ, ਉਸ ਟਾਈਮ 'ਤੇ ਵਾਇਸਰਾਏ ਕੌਣ ਸੀ? ਲਾਰਡ ਵੀਵਲ, ਜਿਹੜੇ ਕਿ ਬ੍ਰਿਟਿਸ਼ ਇੰਡੀਆ ਦਾ ਵਾਇਸਰਾਏ ਸੀ। ਉਹਦੇ ਵਿੱਚ ਜਿਹੜਾ ਕੈਬਨਿਟ ਮਿਸ਼ਨ ਪਲਾਨ ਸੀ, ਉਹਦੇ ਵਿੱਚ 3 ਮੈਂਬਰ ਸੀ, 3 ਪਰਸਨ ਸੀ, ਜਿਨ੍ਹਾਂ ਦੀ ਰਿਸਪੋਂਸੀਬਿਲਿਟੀ ਸੀ ਕਿ ਉਹਨਾਂ ਨੇ ਇੰਡੀਆ ਦਾ ਕੰਸਟੀਟਿਊਸ਼ਨ ਬਣਾਉਣਾ। ਤਾਂ ਉਹਨਾਂ ਦੇ ਨਾਮ ਕੀ ਸੀ? ਫਸਟ ਪਰਸਨ ਸੀ ਸਟੈਫਰਡ ਕ੍ਰਿਪਸ, ਸੈਕੰਡ ਸੀ ਪੈਟਰਿਕ ਲਾਰੈਂਸ, ਥਰਡ ਕੀ ਸੀ? AB ਅਲੈਗਜ਼ੈਂਡਰ। ਅਤੇ ਇਹਦੀ ਇੱਕ ਟ੍ਰਿਕ ਦੇ ਨਾਲ ਇਹਨੂੰ ਆਪਾਂ ਕਰਾਂਗੇ ਲਾਈਕ ਸਪਾ, ਜਿਵੇਂ ਕਿ ਵਾਲਾਂ ਦਾ ਸਪਾ ਹੁੰਦਾ ਅਤੇ ਇੰਡੀਆ ਦੇ ਕੰਸਟੀਟਿਊਸ਼ਨ ਨੂੰ ਬਣਾਉਣ ਦੇ ਲਈ ਸਪਾ ਦੀ ਟ੍ਰਿਕ ਯੂਜ਼ ਹੋਣੀ ਹੈ। ਐਸ ਫॉर ਸਟੈਫਰਡ ਕ੍ਰਿਪਸ, P ਪੈਟਰਿਕ ਲਾਰੈਂਸ, AB ਅਲੈਗਜ਼ੈਂਡਰ, 3 ਪਰਸਨਸ ਹੂ ਮੇਡ ਕੰਸਟੀਟਿਊਸ਼ਨ। ਇਹ ਤਿੰਨੋਂ ਪਰਸਨਸ ਦਾ ਇੱਕ ਗਰੁੱਪ ਸੀ ਜਿਹਨੇ ਕਿ ਸਾਡਾ ਕੰਸਟੀਟਿਊਸ਼ਨ ਬਣਾਉਣ ਦੇ ਲਈ ਸਾਡੀ ਹੈਲਪ ਕੀਤੀ ਸੀ। ਨੈਕਸਟ ਆਪਣੇ ਕੋਲ ਕੀ ਹੈ? ਕੰਸਟੀਟਿਊਸ਼ਨ ਅਸੈਂਬਲੀ ਵਾਜ਼ ਫਾਰਮਡ ਇਨ ਨਵੰਬਰ 1946 ਅਤੇ ਕੰਸਟੀਟਿਊਸ਼ਨ ਅਸੈਂਬਲੀ ਬਣਾਈ ਗਈ ਕਦੋਂ ਬਣਾਈ ਗਈ? ਨਵੰਬਰ 1946 ਦੇ ਵਿੱਚ। ਇਹਦਾ ਕੀ ਕੰਮ ਸੀ? ਟੂ ਫਰੇਮ ਇੰਡੀਅਨ ਕੰਸਟੀਟਿਊਸ਼ਨ। ਕੰਸਟੀਟਿਊਸ਼ਨ ਅਸੈਂਬਲੀ ਨੇ ਕੀ ਕਰਨਾ ਸੀ? ਇੰਡੀਆ ਦਾ ਕੰਸਟੀਟਿਊਸ਼ਨ ਨੂੰ ਫਰੇਮ ਕਰਨਾ ਸੀ ਕਿ ਉਹਦੇ ਵਿੱਚ ਅਸੀਂ ਕੀ ਫੈਕਟਰਸ ਲੈਣੇ ਆ। ਫਸਟ ਮੀਟਿੰਗ ਕਦੋਂ ਹੋਈ ਸੀ ਕੰਸਟੀਟਿਊਸ਼ਨ ਅਸੈਂਬਲੀ ਦੀ? 9 ਦਸੰਬਰ 1946। ਫਸਟ ਮੀਟਿੰਗ ਕਦੋਂ ਹੋਈ ਸੀ ਇੰਡੀਅਨ ਕੰਸਟੀਟਿਊਸ਼ਨ ਅਸੈਂਬਲੀ ਦੀ? 9 ਦਸੰਬਰ 1946। ਅਤੇ ਉਹਦੇ ਹੈੱਡ ਕੌਣ ਸੀ? ਸਚਿਦਾਨੰਦ ਸਿਨਹਾ। ਫਸਟ ਇੱਕ ਟੈਂਪਰੇਰੀ ਜਿਹੜਾ ਹੈੱਡ ਬਣਾਇਆ ਸੀ, ਉਹਦਾ ਨਾਮ ਕੀ ਸੀ? ਸਚਿਦਾਨੰਦ ਸਿਨਹਾ। ਇੰਟਰਿਮ ਸੀ, ਲਾਈਕ ਕੁਛ ਸ਼ੋਰਟ ਟਾਈਮ ਦੇ ਲਈ ਸੀ। ਅਤੇ ਇਹਨਾਂ ਨੂੰ ਕਿਉਂ ਚੂਜ਼ ਕੀਤਾ ਸੀ? ਸੀਨੀਅਰ ਮੋਸਟ ਇਹ ਲੀਡਰ ਸੀਗੇ, ਤਾਂ ਕਰਕੇ ਇਹਨਾਂ ਨੂੰ ਕੁਛ ਦਿਨਾਂ ਦੇ ਲਈ, ਕੁਛ ਟਾਈਮ ਦੇ ਲਈ ਇੱਕ ਟੈਂਪਰੇਰੀ ਜਿਹੜਾ ਹੈੱਡ ਬਣਾਇਆ ਸੀ ਕੰਸਟੀਟਿਊਟ ਅਸੈਂਬਲੀ ਦਾ, ਸਚਿਦਾਨੰਦ ਸਿਨਹਾ। ਨੈਕਸਟ ਮੀਟਿੰਗ ਫਿਰ ਕਦੋਂ ਹੋਈ ਸੀ? 11 ਦਸੰਬਰ 1946। ਕੰਸਟੀਟਿਊਸ਼ਨ ਅਸੈਂਬਲੀ ਦੀ ਨੈਕਸਟ ਮੀਟਿੰਗ ਕਦੋਂ ਹੋਈ? 11 ਦਸੰਬਰ 1946। ਪ੍ਰੈਜ਼ੀਡੈਂਟ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ। ਪ੍ਰੈਜ਼ੀਡੈਂਟ ਕੌਣ ਸੀ? ਡਾਕਟਰ ਰਾਜਿੰਦਰ ਪ੍ਰਸਾਦ। ਵਾਈਸ ਪ੍ਰੈਜ਼ੀਡੈਂਟ HC ਮੁਖਰਜੀ। ਕੰਸਟੀਟਿਊਸ਼ਨ ਐਡਵਾਈਜ਼ਰ ਕੌਣ ਸੀਗੇ ਕੰਸਟੀਟਿਊਸ਼ਨ ਅਸੈਂਬਲੀ ਦੇ? ਸਰ BN ਰਾਓ। ਆਈਡੀਆ ਟੂ ਹੈਵ ਦਾ ਕੰਸਟੀਟਿਊਸ਼ਨ ਹੋਣਾ ਚਾਹੀਦਾ, ਇਹਦਾ ਆਈਡੀਆ ਸਾਨੂੰ ਕਿਹਨੇ ਦਿੱਤਾ ਸੀ? MN ਰॉय ਨੇ। MN ਰॉय 1934 ਦੇ ਵਿੱਚ। ਤਾਂ ਦੋਨਾਂ ਦੇ ਵਿੱਚ ਅਸੀਂ ਡਿਫਰੈਂਸ਼ੀਏਟ ਕਿਵੇਂ ਕਰਨਾ ਹੈ? BN ਰਾਓ ਦੇ ਵਿੱਚ ਔਰ MN ਰॉय ਦੇ ਵਿੱਚ। ਕੰਸਟੀਟਿਊਸ਼ਨ ਅਸੈਂਬਲੀ AB, ਠੀਕ ਹੈ। A ਅਤੇ B ਨੂੰ ਕੋਰਿਲੇਟ ਕਰ ਦੇਣਾ ਕਿ ਜਿਹੜਾ ਐਡਵਾਈਜ਼ਰ ਸੀਗਾ ਉਹ ਸੀਗਾ BN ਰॉय, ਅਤੇ ਜਿਹੜਾ ਆਈਡੀਆ ਸਾਨੂੰ ਕੰਸਟੀਟਿਊਸ਼ਨ ਦਾ ਕਿਹਨੇ ਦਿੱਤਾ ਸੀ? MN ਰॉय ਨੇ। ਨੈਕਸਟ ਆਪਣੇ ਕੋਲ ਟੋਪਿਕ ਕੀ ਹੈ? ਕੰਸਟੀਟਿਊਸ਼ਨ ਅਸੈਂਬਲੀ। ਕੰਸਟੀਟਿਊਸ਼ਨ ਅਸੈਂਬਲੀ ਜਦੋਂ ਬਣੀ ਸੀ, ਉਹਦੀ ਟੋਟਲ ਸਟਰੈਂਥ ਕਿੰਨੀ ਸੀਗੀ? 389। ਟੋਟਲ ਉਹਦੇ ਮੈਂਬਰ ਕਿੰਨੇ ਸੀ? 389, ਜਿਹਦੇ ਵਿੱਚ ਉਹਨੂੰ 2 ਪਾਰਟਸ ਦੇ ਵਿੱਚ ਆਪਣੇ ਕੋਲ ਡਿਵਾਈਡ ਕੀਤਾ ਗਿਆ ਸੀ। ਫਸਟ 296 ਮੈਂਬਰ ਜਿਹੜੇ ਸੀਗੇ ਉਹ ਬ੍ਰਿਟਿਸ਼ ਇੰਡੀਆ ਦੇ ਸੀ, ਔਰ ਜਿਹੜੇ 93 ਸੀਗੇ ਉਹ ਕੌਣ ਸੀਗੇ? ਪ੍ਰਿੰਸਲੀ ਸਟੇਟਸ ਦੇ, ਠੀਕ ਹੈ। ਬਟ ਇਹਦੇ ਵਿੱਚ ਦੇਖੋ ਕੰਸਟੀਟਿਊਸ਼ਨ ਅਸੈਂਬਲੀ ਦੇ ਵਿੱਚ ਜਿਹੜੇ 296 ਜਿਹੜੇ ਮੈਂਬਰ ਸੀ ਉਹੀ ਮੇਨ ਇਹਦੇ ਵਿੱਚ ਰੋਲ ਪਲੇ ਕਰਦੇ ਸੀ। ਜਿਹੜੇ 93 ਪ੍ਰਿੰਸਲੀ ਸਟੇਟਸ ਦੇ ਸੀ, ਉਹਨਾਂ ਦੀਆਂ ਸੀਟਸ ਅਨਫਿਲਡ ਹੀ ਰਹਿ ਜਾਂਦੀਆਂ ਸੀਗੀਆਂ ਕੰਸਟੀਟਿਊਸ਼ਨ ਅਸੈਂਬਲੀ ਦੇ ਵਿੱਚ, ਕਿਉਂਕਿ ਉਹ ਇਸ ਚੀਜ਼ ਤੋਂ ਦੂਰ ਹੀ ਰਹਿੰਦੇ ਸੀ। ਵੋਟਿੰਗ ਮੈਥਡ। ਜਦੋਂ ਕੰਸਟੀਟਿਊਸ਼ਨ ਅਸੈਂਬਲੀ ਬਣੀ, ਇਹਦੇ ਵਿੱਚ ਵੋਟਿੰਗ ਮੈਥਡ ਕੀ ਹੁੰਦਾ ਸੀ? ਸਿੰਗਲ ਟਰਾਂਸਫਰੇਬਲ ਵੋਟ। ਸਿੰਗਲ ਟਰਾਂਸਫਰੇਬਲ
ਵੋਟ। ਇਹਦਾ ਮੀਨਿੰਗ ਕੀ ਸੀ ਕਿ ਅਗਰ 4 ਕੈਂਡੀਡੇਟ ਸਾਡੇ ਕੋਲ ਇਲੈਕਸ਼ਨਸ ਦੇ ਵਿੱਚ ਖੜ੍ਹੇ ਆ ਤਾਂ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਸੀ ਕਿ ਫਸਟ ਦੇ ਉੱਪਰ ਤੁਸੀਂ ਕਿਹਨੂੰ ਚੂਜ਼ ਕਰਨਾ ਚਾਹੁੰਦੇ ਹੋ, ਸੈਕਿੰਡ 'ਤੇ ਕਿਹਨੂੰ ਚੂਜ਼ ਕਰਨਾ ਚਾਹੁੰਦੇ ਹੋ ਔਰ ਥਰਡ 'ਤੇ ਕਿਹਨੂੰ ਚੂਜ਼ ਕਰਨਾ ਚਾਹੁੰਦੇ ਹੋ। ਮਤਲਬ ਕਿ ਉਹਨਾਂ ਨੂੰ ਰੈਂਕਿੰਗ ਦਿੱਤੀ ਜਾਂਦੀ ਸੀ, ਉਹਨੂੰ ਬੋਲਿਆ ਜਾਂਦਾ ਸਿੰਗਲ ਟਰਾਂਸਫਰੇਬਲ ਵੋਟ। ਸਾਡੇ ਕਨਸਟੀਟਿਊਸ਼ਨ ਨੂੰ ਬਣਨ ਦੇ ਵਿੱਚ ਕਿੰਨਾ ਟਾਈਮ ਲੱਗਿਆ? 2 ਸਾਲ 11 ਮਹੀਨੇ ਔਰ 18 ਦਿਨ। ਕਿੰਨਾ ਟਾਈਮ ਲੱਗਿਆ ਸਾਡੇ ਕਨਸਟੀਟਿਊਸ਼ਨ ਨੂੰ ਬਣਨ ਦੇ ਲਈ? 2 ਸਾਲ 11 ਮਹੀਨੇ ਔਰ 18 ਦਿਨ। ਆਬਜੈਕਟਿਵ ਰੈਜ਼ੋਲੂਸ਼ਨ। ਹੁਣ ਆਬਜੈਕਟਿਵ ਰੈਜ਼ੋਲੂਸ਼ਨ ਵੈਰੀ ਇੰਪੋਰਟੈਂਟ ਕੁਐਸਚਨ ਕਿ ਆਬਜੈਕਟਿਵ ਰੈਜ਼ੋਲੂਸ਼ਨ ਕੌਣ ਲੈ ਕੇ ਆਇਆ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਕਦੋਂ ਲੈ ਕੇ ਆਏ ਸੀ? 13 ਦਸੰਬਰ 1946। 13 ਦਸੰਬਰ 1946 ਕਿ ਕਨਸਟੀਟਿਊਸ਼ਨ ਦੇ ਵਿੱਚ ਸਾਡਾ ਇੱਕ ਆਬਜੈਕਟਿਵ ਰੈਜ਼ੋਲੂਸ਼ਨ ਹੋਣਾ ਚਾਹੀਦਾ ਹੈ। ਇੱਕ ਕੌਣ ਲੈ ਕੇ ਆਏ ਸੀ? ਪੰਡਿਤ ਜਵਾਹਰ ਲਾਲ ਨਹਿਰੂ। 13 ਦਸੰਬਰ 1946। ਸਮ ਫੰਕਸ਼ਨਸ ਪਰਫੋਰਮਡ ਬਾਈ ਕਨਸਟੀਟਿਊਸ਼ਨ ਅਸੈਂਬਲੀ ਕਿ ਜਿਹੜੇ ਕੁਛ ਮੇਨ ਇੰਪੋਰਟੈਂਟ ਫੰਕਸ਼ਨ ਜਿਹੜੇ ਕਨਸਟੀਟਿਊਸ਼ਨ ਅਸੈਂਬਲੀ ਨੇ ਸਾਨੂੰ ਦਿੱਤੇ ਆ, ਉਹਨਾਂ ਦੇ ਵਿੱਚ ਫਸਟ ਹੈ ਨੈਸ਼ਨਲ ਫਲੈਗ, ਜਿਹੜਾ ਸਾਡਾ ਰਾਸ਼ਟਰੀ ਝੰਡਾ। ਉਹ ਕਦੋਂ ਸਾਡੇ ਕੋਲ ਆਇਆ ਸੀ? 22 ਜੁਲਾਈ 1947। ਨੈਸ਼ਨਲ ਫਲੈਗ 22 ਜੁਲਾਈ 1947। ਨੈਸ਼ਨਲ ਐਂਥਮ ਸਾਡੇ ਕੋਲ ਕਦੋਂ ਆਇਆ? 24 ਜਨਵਰੀ 1950। ਨੈਸ਼ਨਲ ਐਂਥਮ 24 ਜਨਵਰੀ 1950 ਅਤੇ ਨੈਸ਼ਨਲ ਸੌਂਗ 24 ਜਨਵਰੀ 1950। On 26 November 1949 the constitution was declared pass। ਜਿਹੜਾ ਸਾਡਾ ਕਨਸਟੀਟਿਊਸ਼ਨ ਸੀ, ਇੱਕ ਕਨਸਟੀਟਿਊਸ਼ਨ ਅਸੈਂਬਲੀ ਬਣੀ ਜਿਹਦੇ ਵਿੱਚ ਇੱਕ ਫਰੇਮਵਰਕ ਤਿਆਰ ਹੋਇਆ ਕਿ ਕਿਵੇਂ ਸਾਡਾ ਇੰਡੀਆ ਦਾ ਕਨਸਟੀਟਿਊਸ਼ਨ ਹੋਊਗਾ। ਉਹ ਕਨਸਟੀਟਿਊਸ਼ਨ ਸਾਡਾ ਪਾਸ ਕਦੋਂ ਹੋਇਆ? 26 ਨਵੰਬਰ 1949, ਜਿਹਨੂੰ ਕੀ ਹੈ ਲਾਅ ਡੇ ਵੀ ਕਿਹਾ ਜਾਂਦਾ ਹੈ, ਜਿਹਨੂੰ ਕਾਨੂੰਨ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। 26 ਨਵੰਬਰ 1949। ਲਾਸਟ ਸੈਸ਼ਨ ਆਫ ਅਸੈਂਬਲੀ, ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਬਣੀ ਸੀ ਜਿਹਦੇ ਵਿੱਚ ਅਸੀਂ ਇੱਕ ਕਨਸਟੀਟਿਊਸ਼ਨ ਨੂੰ ਫਾਰਮ ਕਰਨਾ ਸੀ, ਉਹਦਾ ਲਾਸਟ ਸੈਸ਼ਨ ਕਦੋਂ ਹੋਇਆ ਸੀ? 24 ਜਨਵਰੀ 1950। 24 ਜਨਵਰੀ 1950। ਜਦੋਂ ਸਾਡਾ ਕਨਸਟੀਟਿਊਸ਼ਨ ਬਣਿਆ ਉਸ ਟਾਈਮ 'ਤੇ ਕਨਸਟੀਟਿਊਸ਼ਨ ਦੇ ਪਾਰਟ ਕਿੰਨੇ ਸੀ? 22। ਆਰਟੀਕਲ ਕਿੰਨੇ ਸੀ? 395। ਸ਼ੈਡਿਊਲ ਕਿੰਨੇ ਸੀ? 8। ਅਤੇ ਹੁਣ ਤੱਕ ਇਹਨਾਂ ਦੇ ਵਿੱਚ ਬਹੁਤ ਸਾਰੀਆਂ ਚੇਂਜਿਸ ਹੋਈਆਂ। ਹੁਣ ਪਾਰਟਸ ਅਪਰੋਕਸੀਮੇਟ ਕਿੰਨੇ ਬਣ ਗਏ ਆ? 25। ਆਰਟੀਕਲਸ 465। ਸ਼ੈਡਿਊਲ 12। 26 ਜਨਵਰੀ 1950 ਕਨਸਟੀਟਿਊਸ਼ਨ ਕਮ ਇਨਟੂ ਫੋਰਸ ਔਨ ਦਿਸ ਡੇ। 26 ਜਨਵਰੀ 1950 ਨੂੰ ਸਾਡਾ ਕਨਸਟੀਟਿਊਸ਼ਨ ਜਿਹੜਾ ਸੀ ਉਹ ਬਣ ਕੇ ਰੈਡੀ ਹੋ ਕੇ ਇੰਪਲੀਮੈਂਟ ਹੋ ਗਿਆ ਸੀ। ਔਨ ਦਿਸ ਡੇ 1930 ਨੂੰ ਕੀ ਹੋਇਆ ਸੀ? ਪੂਰਨ ਸਵਰਾਜ ਦਾ ਆਈਡੀਆ ਜਿਹੜਾ ਲਾਹੌਰ ਸੈਸ਼ਨ ਦੇ ਵਿੱਚ ਪਾਸ ਕੀਤਾ ਗਿਆ ਸੀ। ਮਤਲਬ ਕਿ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਤਾਂ ਸਾਡਾ 26 ਜਨਵਰੀ 1949 ਨੂੰ ਬਣ ਕੇ ਤਿਆਰ ਹੋ ਗਿਆ ਸੀ, ਪਰ ਇਹਨੂੰ ਇੰਪਲੀਮੈਂਟ ਅਸੀਂ ਕਦੋਂ ਕੀਤਾ? 26 ਜਨਵਰੀ 1950। ਕਿਉਂਕਿ 26 ਨਵੰਬਰ ਦੀ ਹੀ ਡੇਟ ਅਸੀਂ ਕਿਉਂ ਲਈ? ਕਿਉਂਕਿ 26 ਨਵੰਬਰ 1930 ਨੂੰ ਪੂਰਨ ਸਵਰਾਜ ਦਾ ਆਈਡੀਆ ਜਿਹੜਾ ਹੈ ਲਾਹੌਰ ਸੈਸ਼ਨ ਦੇ ਵਿੱਚ ਪਾਸ ਹੋਇਆ ਸੀ। ਆਈ ਹੋਪ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਊਗਾ। ਪਲੀਜ਼ ਇਹਨੂੰ ਲਾਈਕ, ਸ਼ੇਅਰ ਔਰ ਸਬਸਕ੍ਰਾਈਬ ਕਰਨਾ ਮੇਰੇ ਚੈਨਲ ਨੂੰ। ਥੈਂਕ ਯੂ ਸੋ ਮਚ।